ਤਾਂ ਕੋਸ਼ਿਸ਼ ਹੈ ਵੀ ਅੱਜ ਜਿੱਦਾਂ ਦਾ ਦੌਰ ਚੱਲ ਰਿਹਾ ਵਾ ਆਮ ਆਦਮੀ ਚੰਗਾ ਖਾਵੇ, ਕਿਉਂਕਿ ਜਿਨ੍ਹਾਂ ਹਾਲਾਤਾਂ 'ਚ ਮੈਂ ਗੁਜ਼ਰਿਆ ਮੈਂ ਅੱਜ ਪੈਸੇ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣ ਲਿਆ ਕਿ ਪੈਸੇ ਦੀ ਕੀਮਤ ਕੀ ਆ। ਕੋਈ ਇਸ ਤਰ੍ਹਾਂ ਦੇ ਹਾਲਾਤ ਵੀ ਸੀ ਵੀ ਜਦੋਂ ਘਰ ਦੇ ਵਿੱਚ ਨਾ ਰਾਸ਼ਨ ਸੀ ਤੇ ਨਾ ਆਪਾਂ ਕਿਸੇ ਤੋਂ ਮੰਗ ਸਕਦੇ ਸੀ। ਤਾਂ ਬਸ ਹੁਣ ਅੱਜ ਬਾਬੇ ਨਾਨਕ ਦਾ ਵਾਹਿਗੁਰੂ ਦਾ ਪੂਰਾ ਸ਼ੁਕਰ ਹੈ ਵੀ ਕਿਰਤ ਕਰ ਰਹੇ ਹਾਂ ਤੇ ਆਪਾਂ ਆਪਦੀ ਕਿਰਤ ਕਰ ਰਹੇ ਹਾਂ, ਬਾਕੀ ਸਭ ਵਾਹਿਗੁਰੂ ਦੇ ਹੱਥ ਆ ਵੀ ਉਹਨੇ ਕਿਸ ਤਰ੍ਹਾਂ ਰਿਜ਼ਕ ਬਖਸ਼ਣਾ ਵਾ। ਕਿ ਬਹੁਤ ਸੋਹਣੀ ਗੁਜ਼ਰ ਰਹੀ ਸੀ। 2013 ਦੇ ਵਿੱਚ ਆ ਕੇ ਜੌਬ ਛੱਡੀ, ਜੌਬ ਛੱਡਦੇ ਹੀ ਫਿਰ ਬਿਜ਼ਨਸ ਦੇ ਵਿੱਚ ਆ ਗਿਆ। ਬਿਜ਼ਨਸ ਦੇ ਵਿੱਚ ਵੀ ਪ੍ਰਮਾਤਮਾ ਨੇ ਬਹੁਤ ਸੋਹਣੀ ਸੁਣੀ, ਇਹੋ ਜਿਹੀ ਖੂਬਸੂਰਤ ਸੁਣੀ ਕਿ ਬੁਲੰਦੀਆਂ ਛੂਹ ਲੀਆਂ। ਪਰ ਸੋਚਿਆ ਨਹੀਂ ਸੀਗਾ ਕੋਈ ਇਸ ਤਰ੍ਹਾਂ ਦਾ ਟਾਈਮ ਆਊਗਾ। 2017 ਐਂਡ ਦੇ ਉੱਤੇ ਮੈਂ ਖੁਦ ਬਿਮਾਰ ਹੋ ਗਿਆ। ਉਹ ਬਿਮਾਰ ਹੋਣ ਦੀ ਵਜ੍ਹਾ ਨਾਲ ਕਾਰੋਬਾਰ ਦੇ ਉੱਤੇ ਅਸਰ ਪਿਆ। ਕਰਿਆਨੇ ਦਾ ਕੰਮ ਸੀ, ਨਾਲ ਰਿਟੇਲ ਵੀ ਕਰਦੇ ਸੀ, ਹੋਲਸੇਲ ਵੀ ਕਰਦੇ ਸੀ ਤੇ ਮੇਰੇ ਬੈੱਡ 'ਤੇ ਪੈਣ ਕਾਰਨ ਫਿਰ ਮਿਸਿਜ਼ ਨੂੰ ਕੰਮ ਸੰਭਾਲਣ ਦੇ ਵਿੱਚ ਬੜੀ ਮੁਸ਼ਕਿਲ ਹੋਣ ਲੱਗ ਗਈ। ਕੁਝ ਬਾਜ਼ਾਰ ਦੀਆਂ ਦੇਣਦਾਰੀਆਂ, ਕੁਝ ਬੈਂਕਾਂ ਦੇ ਕਰਜ਼ੇ ਸੀ। ਇਸੇ ਦੌਰ ਦੇ ਵਿੱਚ ਕਮਾਈਆਂ ਹੋਈਆਂ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਅੱਖਾਂ ਮੂਹਰੇ ਜਾਂਦੀਆਂ ਰਹੀਆਂ। ਆਪ ਮੈਂ ਬਿਸਤਰ 'ਤੇ ਪਿਆ ਸੀ, ਦੇਖ ਰਿਹਾ ਸੀ ਗੱਡੀਆਂ ਮਕਾਨ ਸਭ ਜਾਂਦੇ ਹੋਏ। ਉਸ ਤੋਂ ਬਾਅਦ 2020 ਤੱਕ ਇਸੇ ਤਰ੍ਹਾਂ ਹੀ ਹਾਲਾਤਾਂ ਨਾਲ ਲੜਦੇ ਰਹੇ। ਸੋਚਦਾ ਰਿਹਾ ਵੀ ਕਿਸੇ ਤਰ੍ਹਾਂ ਪੁਰਾਣੇ ਨਾਮ ਦੇ ਟਾਈਪ ਦਾ ਕੰਮ ਕਰ ਲਾਂ। ਫਿਰ 2020 ਦੇ ਵਿੱਚ ਲੋਕਡਾਊਨ ਲੱਗ ਗਿਆ। ਲੋਕਡਾਊਨ ਦੀਆਂ ਪਰਿਸਥਿਤੀਆਂ ਇਸ ਤਰ੍ਹਾਂ ਦੀਆਂ ਹੋਈਆਂ ਵੀ ਰੋਟੀ ਪਾਣੀ ਤੋਂ ਵੀ ਪਰੇਸ਼ਾਨ ਹੋ ਗਏ। ਉਹ ਜਿਸ ਕੌਮ ਤੋਂ ਅਸੀਂ ਬਿਲੋਂਗ ਕਰਦੇ ਹਾਂ, ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਉੱਥੇ ਆਪਾਂ ਮੰਗ ਵੀ ਨਹੀਂ ਸਕਦੇ। ਉਸ ਮਜਬੂਰੀ ਸਦਕਾ ਅੰਦਰ ਹੀ ਬੈਠੇ ਰਹੇ। ਬੜਾ ਮੁੱਖੇ ਹਾਲਾਤਾਂ ਦੇ ਵਿੱਚ ਲੋਕਡਾਊਨ ਦਾ ਸਮਾਂ ਕੱਢਿਆ। ਇੱਦਾਂ ਹੀ ਬੈਠਦੇ ਘਰ ਦੇ ਵਿੱਚ ਕੰਮ ਦੇ ਲਈ ਚਰਚਾ ਹੁੰਦੀ ਸੀ, ਕਿਉਂਕਿ ਹੁਣ ਨਾ ਤਾਂ ਪੈਸਾ ਬਚਿਆ ਸੀ ਤੇ ਨਾ ਨਾਮ ਸੀਗਾ ਕੋਈ, ਤੇ ਨਾ ਕਿਤੋਂ ਕੋਈ ਪੈਸਾ ਮਿਲਣ ਦੀ ਆਸ ਸੀ, ਉਮੀਦ ਸੀ। ਤਾਂ ਉਸ ਦੌਰ ਦੇ ਵਿੱਚ ਮੈਂ ਤੇ ਮੇਰੇ ਮਿਸਿਜ਼ ਸਲਾਹ ਕਰਦੇ ਸੀ ਵੀ ਕੀ ਕਰਿਆ ਜਾਵੇ। ਤਾਂ ਪਹਿਲਾਂ ਦੇ ਸਮੇਂ ਦੇ ਵਿੱਚ ਅਸੀਂ ਅਕਸਰ ਹੱਸਦੇ ਸੀ ਵੀ ਮੇਰੇ ਘਰ ਮਿਸਿਜ਼ ਬਹੁਤ ਵਧੀਆ ਖਾਣਾ ਬਣਾਉਂਦੇ ਨੇ। ਅਸੀਂ ਉਹਨਾਂ ਨੂੰ ਹੱਸ ਕੇ ਕਹਿੰਦੇ ਸੀ ਵੀ ਤੈਨੂੰ ਢਾਬਾ ਖੋਲ੍ਹ ਦਿੰਦੇ ਆ। ਬਸ ਉਹ ਬੈਠੇ ਬੈਠੇ ਇਸ ਤਰ੍ਹਾਂ ਹੀ ਕਿਸੇ ਤੋਂ ਪ੍ਰੇਰਨਾ ਮਿਲੀ ਸਾਨੂੰ, ਤੇ ਉਹ ਪ੍ਰੇਰਨਾ ਸਦਕਾ ਅਸੀਂ ਇਹ 2 ਆਈਟਮਾਂ ਸਿਲੈਕਟ ਕੀਤੀਆਂ। ਹੁਣ ਕੁਝ ਚੈਲੰਜ ਸੀ, ਕੋਈ ਸਾਧਨ ਨਹੀਂ ਬਚਿਆ ਸੀ। ਇੱਕ ਇਹ ਮੋਟਰਸਾਈਕਲ ਸੀ ਮੇਰੇ ਕੋਲ, ਗੱਡੀਆਂ ਤਾਂ ਪਹਿਲਾਂ ਹੀ ਦੱਸ ਚੁੱਕਿਆਂ ਵੀ ਵਿਕ ਚੁੱਕੀਆਂ ਸੀ। ਨਾ ਕੋਈ ਜਮ੍ਹਾਂ ਪੂੰਜੀ ਸੀ, ਜੋ ਮਾੜਾ ਮੋਟੀ ਜਮ੍ਹਾਂ ਪੂੰਜੀ ਸੀ ਉਹ ਲੋਕਡਾਊਨ ਦੇ ਸਮੇਂ 'ਚ ਆਪਾਂ ਖਾ ਬੈਠੇ ਸੀ ਘਰ ਦੇ ਵਿੱਚ। ਤਾਂ 1-2 ਦੋਸਤਾਂ ਤੋਂ ਕੁਝ ਪੈਸੇ ਉਧਾਰ ਲਏ, ਕੁਝ ਬੱਚਿਆਂ ਦੀਆਂ ਗੁੱਲਕਾਂ ਦੇ ਵਿੱਚੋਂ ਪੈਸੇ ਲਏ ਤੇ ਸਮਾਨ ਦਾ ਰਾਸ਼ਨ ਲਿਆਂਦਾ। ਬੜੀ ਹਿੰਮਤ ਕਰਕੇ ਮੋਟਰਸਾਈਕਲ ਦੇ ਮਗਰ ਹੀ ਇੱਦਾਂ ਕਰੇਟ ਵਗੈਰਾ ਬੰਨਿਆ। ਕੋਈ ਸਮੇਂ ਸਮਾਜ ਦੇ ਡਰ ਵੀ ਸਾਹਮਣੇ ਆਉਂਦੇ ਸੀ ਵੀ ਭਾਈਚਾਰਾ, ਸਮਾਜ ਕੀ ਕਹੂਗਾ। ਫਿਰ ਗੁਰੂਆਂ ਦੀ ਦਿੱਤੀਆਂ ਹੋਈਆਂ ਸਿੱਖਿਆਵਾਂ ਸਾਹਮਣੇ ਆਈਆਂ ਵੀ ਮਿਹਨਤ ਕਰਨੀ ਆ, ਕਿਰਤ ਕਰਨੀ ਆ, ਤੇ ਉਹਦੇ ਵਿੱਚ ਆਪਾਂ ਨੂੰ ਕਾਹਦਾ ਘਬਰਾਹਟ ਆ, ਕੋਈ ਡਰ ਨਹੀਂ। ਤਾਂ ਬਸ ਅਸੀਂ ਸਮਾਨ ਤਿਆਰ ਕੀਤਾ ਤੇ ਆ ਖੜੇ। ਤੇ ਉਸ ਤੋਂ ਬਾਅਦ ਹੁਣ ਵੀ ਆ ਤੇ ਜਿਹੜੀ ਕੋਸ਼ਿਸ਼ ਆ ਮੇਰੀ ਇਸ ਸਾਰੇ ਕੰਮ ਦੇ ਪਿੱਛੇ, ਪਹਿਲਾ ਪ੍ਰਿੰਸੀਪਲ ਤਾਂ ਇਹੀ ਆ ਵੀ ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਦੇ ਉੱਤੇ ਹੀ ਕੰਮ ਕਰਨਾ। ਤਾਂ ਮੈਂ ਆਪਦਾ ਸਮਾਨ ਵੀ ਆ ਜਿਹੜਾ ਉਹ ਉਸੇ ਤਰ੍ਹਾਂ ਹੀ ਤਿਆਰ ਕਰਦਾ, ਬਿਲਕੁਲ ਸ਼ੁੱਧ ਤਰੀਕੇ ਨਾਲ, ਸਾਫ਼ ਸੁਥਰਾ, ਹਾਈਜੀਨਿਕ ਤਰੀਕੇ ਨਾਲ, ਠੀਕ, ਔਰ ਸਹੀ ਮਸਾਲਿਆਂ ਦੇ ਕੰਬੀਨੇਸ਼ਨ ਦੇ ਨਾਲ। ਇਹ ਸਾਰੀਆਂ ਚੀਜ਼ਾਂ ਸਾਡੇ ਘਰ ਦੇ ਵਿੱਚ ਮੇਰੇ ਮਿਸਿਜ਼ ਤਿਆਰ ਕਰਦੇ ਆ। ਇਸੇ ਤਰ੍ਹਾਂ ਤੁਸੀਂ ਜੇ ਦੇਖੋਗੇ ਤਾਂ ਮੇਰੇ ਚਾਵਲ, ਤਾਂ ਚਾਵਲਾਂ ਵਿੱਚ ਵੀ ਮੈਂ ਮਤਲਬ ਕੁਝ ਨੈਚੁਰਲ ਇਨਗਰੀਡੀਅੰਟ ਪਾਉਣ ਦੀ ਕੋਸ਼ਿਸ਼ ਕਰਦਾ, ਜਿਵੇਂ ਕਾਲੀ ਮਿਰਚ ਹੋ ਗਈ, ਆਹ ਤਾਜ਼ਾ ਦਰਖਤ ਦਾ ਕੜੀ ਪੱਤਾ, ਮਿੱਠੀ ਨਿੰਮ ਕਹਿ ਦਿੰਦੇ ਆਪਾਂ ਇਹਨੂੰ, ਤਾਂ ਜਿਹੜੀ ਸਾਡੇ ਸਿਹਤ ਲਈ ਬਹੁਤ ਫਾਇਦੇਮੰਦ ਆ। ਤਾਂ ਕੋਸ਼ਿਸ਼ ਇਹ ਸੀਗੀ ਵੀ ਘੱਟ ਪੈਸਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਰਿਆ ਜਾਵੇ ਵੀ ਆਮ ਆਦਮੀ ਨੂੰ ਸਾਫ਼ ਸੁਥਰਾ ਖਾਣਾ ਵੀ ਨਾਲ ਮਿਲੇ। ਹੁਣ ਤੁਸੀਂ ਇਸੇ ਤਰ੍ਹਾਂ ਹੀ ਮੈਂ ਕੜੀ ਪ੍ਰਪੇਅਰ ਕਰਦੇ ਹਾਂ। ਪਿਓਰ ਬੇਸਨ ਦੇ ਪਕੌੜੇ ਆ, ਬੇਸਨ ਦੀ ਖੱਟੀ ਚਾਟੀ ਵਾਲੀ ਲੱਸੀ ਦੇ ਨਾਲ ਕੜੀ ਤਿਆਰ ਕੀਤੀ ਹੋਈ ਹੈ, ਠੀਕ ਹੈ। ਗਾਹਕ ਆਉਂਦਾ ਕਈ ਵਾਰ ਤੇ ਉਹ ਪਹਿਲਾਂ ਕਈ ਵਾਰ ਕਹਿ ਦਿੰਦਾ ਗਾਹਕ ਟੇਸਟ ਦਾ, ਅਸੀਂ ਉਹਨੂੰ ਟੇਸਟ ਕਰਵਾਈਦਾ। ਤਾਂ ਆਹ ਜਿਹੜੀ ਹੁਣ ਮੈਂ ਬਣਾਉਣ ਲੱਗਿਆ ਸਾਡੀ ਹਾਫ ਪਲੇਟ ਆ ਜੀ, ਇਹ 30 ਰੁਪਏ ਦੀ ਪਲੇਟ ਅਸੀਂ ਦੇ ਰਹੇ ਹਾਂ। ਨਾਲ ਇਹਦੇ ਅਸੀਂ 1 ਗਲਾਸ ਲੱਸੀ, ਘਰ ਦੀ ਲੱਸੀ ਦੇ ਰਹੇ ਹਾਂ। ਤਾਂ ਕੋਸ਼ਿਸ਼ ਹੈ ਵੀ ਅੱਜ ਜਿੱਦਾਂ ਦਾ ਦੌਰ ਚੱਲ ਰਿਹਾ ਵਾ ਆਮ ਆਦਮੀ ਚੰਗਾ ਖਾਵੇ, ਕਿਉਂਕਿ ਜਿਨ੍ਹਾਂ ਹਾਲਾਤਾਂ 'ਚ ਮੈਂ ਗੁਜ਼ਰਿਆ ਮੈਂ ਅੱਜ ਪੈਸੇ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣ ਲਿਆ ਕਿ ਪੈਸੇ ਦੀ ਕੀਮਤ ਕੀ ਆ। ਕੋਈ ਇਸ ਤਰ੍ਹਾਂ ਦੇ ਹਾਲਾਤ ਵੀ ਸੀ ਵੀ ਜਦੋਂ ਘਰ ਦੇ ਵਿੱਚ ਨਾ ਰਾਸ਼ਨ ਸੀ ਤੇ ਨਾ ਆਪਾਂ ਕਿਸੇ ਤੋਂ ਮੰਗ ਸਕਦੇ ਸੀ।
ਤਾਂ ਬਸ ਹੁਣ ਅੱਜ ਬਾਬੇ ਨਾਨਕ ਦਾ ਵਾਹਿਗੁਰੂ ਦਾ ਪੂਰਾ ਸ਼ੁਕਰ ਹੈ ਵੀ ਕਿਰਤ ਕਰ ਰਹੇ ਆ ਤੇ ਆਪਾਂ ਆਪਦੀ ਕਿਰਤ ਕਰ ਰਹੇ ਆ, ਬਾਕੀ ਸਭ ਵਾਹਿਗੁਰੂ ਦੇ ਹੱਥ ਆ ਵੀ ਉਹਨੇ ਕਿਸ ਤਰ੍ਹਾਂ ਰਿਜ਼ਕ ਬਖਸ਼ਣਾ ਵਾ। ਕੀ ਖਾਸ ਕੀ ਚੀਜ਼ਾਂ ਪਾਉਣੀਆਂ? ਇਹ ਜਿਹੜੀ ਹੁਣ ਸਾਡੀ ਕੜੀ ਹੈ, ਫਿਲਹਾਲ ਮੈਂ ਕੜੀ ਬਣਾਈ ਹੈ ਜੀ, ਕੜੀ ਦੀ ਪਲੇਟ ਆ। ਇਹਦੇ ਵਿੱਚ ਘਰ ਦਾ ਮੇਰਾ ਆਪਦਾ ਵਧੀਆ ਚਾਵਲ ਆ। ਉਸ ਤੋਂ ਬਾਅਦ ਮੈਂ ਚਾਵਲ ਦੇ ਵਿੱਚ ਵੀ ਜਿਹੜੇ ਬਹੁਤ ਵਧੀਆ ਇਨਗਰੀਡੀਅੰਟ ਯੂਜ਼ ਕੀਤੇ ਹੋਏ ਆ ਤੇ ਬੇਸਨ ਦੀ ਖੱਟੀ ਕੜੀ ਆ। ਤੇ ਕੋਸ਼ਿਸ਼ ਆ ਵੀ ਇਹ ਹਾਈਜੀਨ ਵੀ ਹੋਵੇ ਔਰ ਖਾਣ ਵਾਲੇ ਨੂੰ ਬਿਲਕੁਲ ਘਰ ਦੀ ਤਰ੍ਹਾਂ ਮਹਿਸੂਸ ਹੋਵੇ। ਉਸ ਤੋਂ ਬਾਅਦ ਇਹ ਸਾਡੀ ਆਪਦੀ ਧਨੀਏ ਪੁਦੀਨੇ ਦੀ ਵਿੱਚ ਕੱਚੀ ਅੰਬੀ ਲੱਸੀ ਦੇ ਨਾਲ ਤਿਆਰ ਕੀਤੀ ਚਟਣੀ ਆ। ਇਹ ਚਟਣੀ ਦੇ ਵਿੱਚ ਮੈਂ ਮਤਲਬ ਧਨੀਆ ਪੁਦੀਨਾ, ਠੀਕ ਆ, ਕੱਚੀ ਅੰਬੀ ਨਾਲ ਮਸਾਲੇ ਨਾਲ ਲੱਸੀ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਣਾ। ਔਰ ਸਾਰਿਆਂ ਨਾਲੋਂ ਵੱਡੀ ਮੇਨ ਚੀਜ਼ ਵੀ ਜਿਵੇਂ ਆਪਾਂ ਜਿਹੜੀ ਚੀਜ਼ ਨੈਚੁਰਲ ਰੱਖਣ ਦੀ ਕੋਸ਼ਿਸ਼ ਕਰਦਾ, ਪੁਰਾਣੇ ਸਵਾਦ, ਮਿੱਟੀ ਦੀ ਕੁੰਡੀ ਦੇ ਵਿੱਚ ਇਹਦਾ ਧਨੀਆ ਪੁਦੀਨਾ ਮੈਂ ਮਿਰਚ ਕੁੱਟਦਾ ਵਾ। ਉਸ ਤੋਂ ਬਾਅਦ ਫਿਰ ਇਹਨੂੰ ਵੀ ਮੂੰਹ 'ਚ ਨਾ ਆਵੇ ਤਾਂ ਬੀਟ ਕਰਦਾ, ਵੀਡੀਓ ਦੇ ਵਿੱਚ ਇਹਦੇ ਸਵਾਦ ਨਾਲ ਆਉਣ। ਮੇਰਾ ਹੁਣ ਮੰਨਣਾ ਤਾਂ ਕੁਛ ਸਮਾਂ ਬੈੱਡ 'ਤੇ ਪੈ ਕੇ ਪਰੇਸ਼ਾਨੀਆਂ ਦੇ ਨਾਲ ਕੱਟਦੇ ਹੋਏ, ਮੇਰਾ ਮੰਨਣਾ ਤਾਂ ਹੁਣ ਇਹ ਹੋ ਗਿਆ ਕਿ ਸਮੇਂ ਨਾਲ, ਹਾਲਾਤਾਂ ਨਾਲ ਲੜਨਾ ਹੀ ਜ਼ਿੰਦਗੀ ਦਾ ਨਾਮ ਆ। ਜ਼ਿੰਦਗੀ ਧੁੱਪ ਛਾਂ ਇਹ ਸਭ ਚੱਲਦੀ ਰਹਿੰਦੀ ਆ। ਤਾਂ ਮੈਂ ਹੁਣ ਇੱਕ ਚੀਜ਼ ਦਾ ਬਿਲਕੁਲ ਆਪਦੀ ਜੀਵਨ ਦੇ ਵਿੱਚ ਵੀ ਧਾਰ ਲਿਆ ਤੇ ਮੈਂ ਬਾਕੀ ਆਪਦੇ ਭੈਣ ਭਰਾਵਾਂ ਨੂੰ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਸੁੱਖ ਵੇਲੇ ਵਾਹਿਗੁਰੂ ਦਾ ਸ਼ੁਕਰ ਕਰੋ ਤੇ ਦੁੱਖ ਵੇਲੇ ਅਰਦਾਸ ਕਰੋ, ਕਦੇ ਵੀ ਗਿਲਾ ਨਾ ਕਰੋ, ਠੀਕ ਹੈ। ਮੈਂ ਇਹ ਸਮਾਂ ਦੇਖਿਆ ਔਰ ਮੈਂ ਅੱਜ ਬਹੁਤ ਖੁਸ਼ ਹਾਂ, ਕਿਉਂ? ਇਹ ਵੀ ਵਾਹਿਗੁਰੂ ਦੀ ਮਿਹਰ ਸਦਕਾ ਹੀ ਹੈ ਕਿ ਜੇ ਮੈਂ ਰਾਜਮਾ ਚਾਵਲ ਵੇਚਣ 'ਤੇ ਵੀ ਆਇਆ ਤਾਂ ਮੈਂ ਉਹ ਵੀ ਬੁਲਟ 'ਤੇ ਹੀ ਵੇਚ ਰਿਹਾ ਵਾਂ। ਹੁਣ ਜਦੋਂ ਕੰਮ ਕਰ ਰਹੇ ਆ, ਉਸ ਤੋਂ ਪਹਿਲਾਂ ਲੋਕਡਾਊਨ ਦੇ ਸਮੇਂ ਦੇ ਵਿੱਚ ਮੇਰੇ ਕੋਲ ਘਰੇ ਇਨੋਵਾ ਰੱਖੀ ਹੋਈ ਸੀ, ਪਰਸਨਲ ਮਕਾਨ ਸੀ ਜੀ ਆਪਦਾ, ਉਹ ਵੀ ਸੇਲ ਹੋ ਗਿਆ। ਗੱਡੀ ਵੀ ਵਿਕ ਗਈ, ਦੁਕਾਨ ਲਈ ਇੱਕ ਆਟੋ ਰੱਖਿਆ ਹੋਇਆ ਸੀਗਾ ਸਮਾਨ ਲਿਆਉਣ ਕਰਨ ਲਈ, ਉਹ ਵੀ ਵਿਕ ਗਿਆ। ਬੁਲਟ ਦੀਆਂ ਵੀ ਕਿਸ਼ਤਾਂ ਚੱਲਦੀਆਂ ਸੀ, ਬੱਚਿਆਂ ਦੀਆਂ ਫੀਸਾਂ ਸੀ, ਬੱਚੇ ਪੜ੍ਹ ਰਹੇ ਸੀ, ਪਰਿਵਾਰ ਦੀਆਂ ਰਿਸਪੌਂਸਿਬਿਲਟੀਆਂ ਸੀ। ਤਾਂ ਫਿਲਹਾਲ ਵੀ ਇਹਨਾਂ ਰਿਸੋਰਸਾਂ ਦੇ ਵਿੱਚ ਵੀ ਹੁਣ ਮੈਂ ਤੁਹਾਨੂੰ ਕੋਈ ਝੂਠ ਨਹੀਂ ਆ, ਬੁਲੜਾ ਮੇਰਾ ਕਿਸ਼ਤਾਂ ਦੇ ਉੱਤੇ ਆ ਤੇ ਇਹਦੀਆਂ ਕਿਸ਼ਤਾਂ ਵੀ ਹਲੇ ਵੀ ਟੁੱਟੀਆਂ ਹੋਈਆਂ ਨੇ ਤੇ ਪਰ ਯਤਨ ਦੇ ਵਿੱਚ ਆ ਵੀ ਮਾਲਕ ਮਿਹਰ ਕਰੇਗਾ। ਤੇ ਹੁਣ ਮੈਂ ਤੁਹਾਨੂੰ ਸਾਡੀ ਰਾਜਮਾ ਦੀ ਪਲੇਟ ਲਗਾ ਕੇ ਦਿਖਾਊਂਗਾ। ਦੇਖੋ ਦੁਨੀਆ ਸਾਰੀ ਬਣਾਉਂਦੀ ਹੈ ਜੀ ਚਾਵਲ ਰਾਜਮਾ, ਕੋਈ ਐਦਾਂ ਨਹੀਂ ਹੈ, ਪਰ ਸਭ ਨਾਲੋਂ ਵੱਡੀ ਖਾਸੀਅਤ ਕੀ ਆ ਵੀ ਜੇ ਆਪਾਂ ਘਰ ਦਾ ਸਵਾਦ ਯਾਦ ਰੱਖਦੇ ਹੋਏ ਚੀਜ਼ ਨੂੰ ਬਣਾਉਂਦੇ ਆ, ਠੀਕ ਹੈ, ਤੇ ਉਹਦੇ ਵਰਗਾ ਆਨੰਦ ਹੀ ਅਲੱਗ ਆ। ਤਾਂ ਮੇਰੀ ਜਿਹੜੀ ਕੋਸ਼ਿਸ਼ ਆ ਉਹ ਇਹੀ ਆ ਵੀ ਘੱਟ ਪੈਸੇ 'ਚ ਸ਼ੁੱਧ ਖਾਣਾ ਦਿੱਤਾ ਜਾਵੇ। ਤੁਸੀਂ ਰਾਜਮਾ ਵੱਲ ਨਿਗਾਹ ਮਾਰੋ, ਮੈਂ ਮਸਾਲਿਆਂ ਦੇ ਵਿੱਚ ਕੋਈ ਪਹਿਲਾਂ ਥੱਲੇ ਪਾਉਣੇ ਨਾ, ਦੂਸਰੇ ਵੀ ਪਾਉਣੇ। ਤਾਂ ਇਹ ਜਿਹੜਾ ਕਿ ਮੇਰਾ ਆਪਦਾ ਸਟਾਈਲ ਆ, ਇਹਦੇ ਵਿੱਚ ਮੈਂ ਪਹਿਲਾਂ ਨੀਚੇ ਹਲਕੀ ਜਿਹੀ ਗ੍ਰੇਵੀ ਦਿੰਦਾ ਵਾਂ। ਇਹ ਮੈਂ ਜਦੋਂ ਘਰ ਖਾਂਦਾ ਤਾਂ ਮੇਰਾ ਮਤਲਬ ਖੁਦ ਖਾਣ ਦਾ ਵੀ ਇਹੀ ਇੱਕ ਤਰੀਕਾ ਸੀ। ਉਸ ਤੋਂ ਬਾਅਦ ਇਹਦੇ ਵਿੱਚ ਚਾਵਲ ਦਿੰਦਾ ਜੀ। ਮਤਲਬ ਕਈ ਵਾਰ ਗ੍ਰਾਹਕ ਪੁੱਛ ਲੈਂਦਾ ਵੀ ਭਾਜੀ ਨੀਚੇ ਪਾਇਆ ਤੁਸੀਂ, ਕੀ ਚੱਕਰ ਆ? ਤਾਂ ਫਿਰ ਉਹਨੂੰ ਕਹਿੰਦਾ ਵੀ ਮੇਰਾ ਇੱਕ ਆਪਦਾ ਹੀ ਅੰਦਾਜ਼ਾ ਜੀ ਵੀ ਮੈਂ ਘਰੇ ਇੱਦਾਂ ਹੀ ਖਾਂਦਾ ਤੇ ਵੀ ਤੁਸੀਂ ਵੀ ਜਦੋਂ ਖਾਓਗੇ ਤੁਹਾਨੂੰ ਇਹ ਦਿੱਕਤ ਨਹੀਂ ਮਹਿਸੂਸ ਹੋਊਗੀ ਮਿਕਸ ਕਰਨ ਦੇ ਵਿੱਚ। ਨੀਚੋਂ ਵੀ ਜਿਹੜਾ ਸਮਾਨ ਦਾ ਅਰੋਮਾ ਉਹ ਤੁਹਾਨੂੰ ਨਾਲ ਮਿਲੂਗਾ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜੇ ਕੱਟੇ ਹੋਏ ਪਿਆਜ਼ ਪਾਉਂਦੇ ਆ ਜੀ ਤੇ ਲੱਸੀ ਦੇ ਦਿਓ। ਫਿਰ ਉਹੀ ਅੰਬੀਆਂ ਦੀ ਘਰ ਦੀ ਚਟਣੀ ਤੇ ਸਾਡੀ ਪਲੇਟ ਬਣ ਕੇ ਤਿਆਰ ਆ। ਇਸ ਪਲੇਟ ਦੇ ਨਾਲ 1 ਗਲਾਸ ਲੱਸੀ ਗ੍ਰਾਹਕ ਨੂੰ ਫ੍ਰੀ ਹੈ ਜੀ। ਬੁਲਟ ਹੁਣ ਕੁਝ ਗ੍ਰਾਹਕ ਆਉਂਦੇ ਆ ਪੁੱਛਦੇ ਆ ਵੀ ਬੁਲਟ ਦੇ ਤਾਂ ਅਸੀਂ ਵੀ ਸ਼ੌਂਕ ਦੇ ਗੇੜੇ ਲਗਾਉਂਦੇ ਆ, ਤੁਸੀਂ ਬੁਲਟ ਦੇ ਉੱਤੇ ਰਾਜਮਾ ਚਾਵਲ ਲਗਾ ਕੇ ਬੈਠੇ ਆ। ਤਾਂ ਮੇਰਾ ਮੰਨਣਾ ਪਹਿਲਾਂ ਤਾਂ ਦੇਖੋ ਮੇਰੇ ਕੋਲ ਸਾਧਨ, ਜਿਹੜੀ ਸੱਚਾਈ ਹੈ ਵੀ ਸਾਧਨ ਹੀ ਇਹ ਸੀ, ਹੋਰ ਕੋਈ ਮੇਰੇ ਕੋਲ ਹੱਲ ਹੀ ਨਹੀਂ ਸੀ। ਨਾ ਕੋਈ ਮੇਰੇ ਕੋਲ ਪੈਸੇ ਸੀ ਵੀ ਮੈਂ ਕੋਈ ਰੇਹੜੀ ਖਰੀਦ ਲਾਂ ਜਾਂ ਕੋਈ ਮੈਂ ਕਾਰਟ ਬਣਾ ਲਾਂ, ਤਾਂ ਉਹੋ ਜਿਹਾ ਵੀ ਕੋਈ ਸਾਧਨ ਨਹੀਂ ਸੀ। ਮਜਬੂਰੀ ਦੇ ਵਿੱਚ ਖੋਜ ਹੋ ਗਈ। ਤੇ ਦੂਸਰਾ, ਜੇ ਆਪਾਂ ਨੂੰ ਘੁਮਾ ਸਕਦਾ ਜੀ ਤੇ ਆਪਾਂ ਨੂੰ ਇਹ ਕਮਾ ਕੇ ਖਿਲਾ ਵੀ ਸਕਦਾ। ਤੇ ਇਹੀ ਸੁਨੇਹਾ ਮੇਰਾ ਸਾਰਿਆਂ ਨੂੰ ਹੈ ਜੀ। ਫੈਮਿਲੀ ਦੇ ਵਿੱਚ ਜੀ ਮੈਂ, ਮੇਰੇ ਵਾਈਫ, 3 ਬੇਟੀਆਂ ਵਾ, 1 ਬੇਟਾ ਵਾ ਤੇ 3 ਬੇਟੀਆਂ ਪੜ੍ਹਦੀਆਂ ਨੇ
ਤੇ ਜਿਵੇਂ ਹੁਣ ਅਸੀਂ ਇਹ ਸਾਰਾ ਸਮਾਨ ਵੀ ਤਿਆਰ ਕਰਦੇ ਆ ਤਾਂ ਮੇਰੇ ਵਾਈਫ ਇਹਨੂੰ ਸਾਰਾ ਕੁੱਕ ਕਰਦੇ ਆ, ਮੈਂ ਕਟਿੰਗ ਵਗੈਰਾ ਨਾਲ ਤੜਕਾ ਤੁੜਕਾ ਕਰਵਾ ਦਿੰਦਾ। ਬੱਚੇ ਆ ਜਿਹੜੇ ਵੱਡੀ ਬੇਟੀ ਆ ਉਹ ਕਟਿੰਗ ਵਗੈਰਾ ਕਰਵਾ ਦਿੰਦੀ ਆ। ਤਾਂ ਵੀ ਉਹ ਅਸੀਂ ਸਾਰੇ ਰਲ ਮਿਲ ਕੇ ਹੀ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਔਰ ਬਣਾਉਣ ਲੱਗੇ ਮੈਂ ਇੱਕੋ ਹੀ ਥਿਊਰੀ ਸਾਡੇ ਪਰਿਵਾਰ ਦੀ ਹੈ ਵੀ ਇਹਨੂੰ ਜਦੋਂ ਬਣਾਉਣਾ ਵਾ ਆਪਾਂ ਇਹਨੂੰ ਵਪਾਰ ਵਾਂਗੂ ਨਹੀਂ ਬਣਾਉਣਾ, ਆਪਾਂ ਇਹਨੂੰ ਘਰ ਦੇ ਖਾਣੇ ਵਾਂਗੂ ਬਣਾਉਣਾ ਵਾ। ਔਰ ਘਰ ਦੇ ਖਾਣੇ ਵਾਂਗੂ ਹੀ ਜਦੋਂ ਕਿਸੇ ਨੂੰ ਦੇਣਾ ਉਹਨੂੰ ਘਰ ਦੇ ਖਾਣੇ ਵਾਂਗੂ ਹੀ ਦੇਣਾ। ਕਈ ਵਾਰ ਗ੍ਰਾਹਕ ਆ ਜਾਂਦਾ ਵੀ ਇੱਕ ਕੜਛੀ ਜ਼ਿਆਦਾ ਚਾਹੀਦੀ, ਘੱਟ ਚਾਹੀਦੀ, ਨਹੀਂ ਤ੍ਰਿਪਤੀ ਹੋਈ ਤਾਂ ਅਸੀਂ ਉਹਨੂੰ ਮਨਾ ਨਹੀਂ ਕਰੀਦਾ। ਜਿਵੇਂ ਪਰਿਵਾਰ ਦੇ ਵਿੱਚ ਹੁੰਦਾ, ਰੋਟੀ ਖਾ ਲਈ, ਇੱਕ ਰੋਟੀ ਅੱਧੀ ਰੋਟੀ ਦੀ ਹੋਰ ਭੁੱਖ ਆਪਾਂ ਖਾ ਲਈ, ਉਸੇ ਤਰ੍ਹਾਂ ਹੀ ਅਸੀਂ ਇੱਥੇ ਵਰਤਾਈਦਾ। ਸਫਾਈ ਦਾ ਕੀ ਪ੍ਰਬੰਧ ਰੱਖਿਆ ਹੈ? ਤੇ ਸਫਾਈ ਦਾ ਮੇਰਾ ਸਿਸਟਮ ਹੈ ਜੀ, ਮੈਂ ਜ਼ੀਰੋ ਕਚਰਾ ਇੱਥੇ ਕਰਕੇ ਜਾਂਦਾ ਵਾ। ਠੀਕ ਆ, ਜਿੱਦਾਂ ਅੱਜ ਦਾ ਦੌਰ ਚੱਲ ਰਿਹਾ ਵਾ ਤਾਂ ਮੈਂ ਸੈਨੀਟਾਈਜ਼ਰ ਰੱਖਿਆ ਹੈ ਕਸਟਮਰ ਦੇ ਲਈ। ਆਪ ਜਿੰਨੀ ਪ੍ਰੈਪਰੇਸ਼ਨ ਕਰ ਰਹੇ ਹਾਂ ਗਲਵਜ਼ ਦੇ ਨਾਲ ਕਰ ਰਹੇ ਹਾਂ। ਠੀਕ, ਔਰ ਇੱਥੇ ਮੇਰਾ ਕੁਝ ਵੀ ਬਣਾਉਣ ਵਾਲਾ ਨਹੀਂ ਆ, ਸਾਰਾ ਮੈਂ ਰੈਡੀ ਟੂ ਕੁੱਕ ਘਰੋਂ ਲੈ ਕੇ ਆਉਣਾ ਵਾ। ਤੇ ਸਿਰਫ ਆਪਾਂ ਇੱਥੇ ਸਰਵ ਹੀ ਕਰਨਾ ਹੁੰਦਾ ਵਾ। ਤੇ ਜਿੰਨਾ ਵੀ ਮੇਰਾ ਵੇਸਟ ਆ ਉਹ ਮੇਰਾ ਸਾਰਾ ਸੰਭਾਲਿਆ ਜਾਂਦਾ ਵਾ।